यसू जी तेरे बचना दी कैसी महकी अनोखी है। यसू जी तेरे बचना दी कैसी महकी अनोखी है। भांग गुलाब दे खिल जाते ओ, भांग गुलाब दे खिल जाते जेड़े पढ़दे पोतीए। यसू जी तेरे बचना दी कैसी महकी अनोखी है। यसू जी तेरे बचना दी कैसी महकी अनोखी है। सब कुछ ही त्याग के अपनायो बन जाते हो चरवागे, बन जाते हो चरवागे। पत्थर सवांगू सुट जालानू यसू पिछे आए, यसू पिछे आए। पत्थर सवांगू सुट जालानू यसू पिछे आए, यसू पिछे आए। भावे तेरी यसू जी तेरी यसू जी ये नौकरियों की है। यसू जी तेरे बचना दी कैसी महकी अनोखी है। यसू जी तेरे बचना दी कैसी महकी अनोखी है। ऐसा नशा बनीदा चढ़ जांदा दिन राती नहीं सौंदे, दिन राती नहीं सौंदे। डैनियल दे वांगू नहीं शेरां तो कबरों दे, शेरां तो कबरों दे। डैनियल दे वांगू नहीं शेरां तो कबरों दे, शेरां तो कबरों दे। अयूब नबी दे वांगू भी नबी दे वांगू कोई अजमैश ना सौखिए। यसू जी तेरे बचना दी कैसी महकी अनोखी है। यसू जी तेरे बचना दी कैसी महकी अनोखी है। सो अज असी परमेश्वर का वचन सीखते हैं। मरकुस की अंजील 14 बाब उसकी 21 आयत पढ़ते हैं। सब जने अपनी अपनी बाइबल में खोल लो और उस पढ़ांगे मरकुस की अंजील 14 बाब उसकी 21 आयत। हालेलुया। मनुख दा पुत्र तां जांदा है जिवें ओदे हक विच लिखिया है, पर हाय उस मनुख उत्ते जेदी राही मनुख दा पुत्र फड़वाया जांदा, उस मनुख दे लई भला हुंदा जे ओ निज जमदा। हालेलुया। हालेलुया। खुदावंद यसू मसीह ने आख्या, जिस वक्त उन्हां दे उत्ते तौमतां लगा के केस बनाए गए, उन्हां दे उपर झूठे गवाह भुगता के उन्हां ते सजा दा हुक्म कराया जाना, तां उस प्रभु यसू ने पहला ही इस गल नूं दस दिता, आगाह कर दिता सारिआं नूं कि तुहाडे 12 विचों एक जना वो मैनूं फड़वाएगा। वो मेरे नाल ही रोटी खांदा पिया पर वो मैनूं फड़वाएगा।
ਤੇ ਉਹਨਾਂ ਨੇ ਇੱਥੋਂ ਤੱਕ ਦੱਸ ਦਿੱਤਾ ਵੀ ਜਿਹੜਾ ਕਟੋਰੇ ਵਿੱਚ ਮੇਰੇ ਨਾਲ ਹੱਥ ਡੋਬਦਾ ਉਹ ਉਹੀ ਹੈ। ਇੱਥੋਂ ਤੱਕ ਦੱਸ ਦਿੱਤਾ ਕਿ ਜਿਹੜਾ ਫੜਵਾਏਗਾ ਉਹਦੀ ਨਿਸ਼ਾਨੀ ਵੀ ਦੱਸ ਦਿੱਤੀ ਕਿ ਕਟੋਰੇ 'ਚ ਹੱਥ ਪਾਉਂਦਾ। ਪ੍ਰਭੂ ਪਰਮੇਸ਼ਰ ਤੁਹਾਡੇ ਤੇ ਬੜੀ ਕਿਰਪਾ ਕਰਨ ਇਸ ਗੱਲ ਦੇ ਨਾਲ ਕਿ ਖੁਦਾਵੰਦ ਯਿਸੂ ਮਸੀਹ ਨੇ ਆਖਿਆ ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ ਜਿਵੇਂ ਉਹਦੇ ਹੱਕ ਵਿੱਚ ਲਿਖਿਆ, ਪਰ ਹਾਏ ਉਸ ਮਨੁੱਖ ਉੱਤੇ ਜਿਹਦੇ ਰਾਹੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ। ਉਸ ਮਨੁੱਖ ਦੇ ਲਈ ਭਲਾ ਹੁੰਦਾ ਜੇ ਉਹ ਨਿਜ ਜਾਵੇ। ਪ੍ਰਭੂ ਤੁਹਾਡੇ ਸਾਰਿਆਂ ਦੇ ਉੱਪਰ ਆਪਣਾ ਫਜ਼ਲ ਕਰਨ, ਤੁਹਾਡੇ ਸਾਰਿਆਂ ਦੇ ਉੱਪਰ ਆਪਣੀ ਰਹਿਮਤ ਕਰਨ। ਅੱਜ ਅਸੀਂ ਇਸੇ ਗੱਲ ਨੂੰ ਸਮਝਣਾ, ਇਸੇ ਗੱਲ ਨੂੰ ਸਿੱਖਣਾ ਹੈ ਕਿ ਖੁਦਾਵੰਦ ਯਿਸੂ ਮਸੀਹ ਸਭ ਕੁਝ ਪਹਿਲਾਂ ਹੀ ਜਾਣਦੇ ਆ। ਉਹਨਾਂ ਦੇ ਜਾਣ ਵਾਸਤੇ ਵੀ ਉਹ ਪਹਿਲਾਂ ਹੀ ਜਾਣਦੇ ਆ। ਮਨੁੱਖ ਦਾ ਪੁੱਤਰ ਤਾਂ ਜਾਂਦਾ, ਉਹ ਆਪਣੇ ਜਾਣ ਵਾਸਤੇ ਜਾਣਦੇ ਆ ਕਿ ਉਹਨਾਂ ਨੇ ਕਿਸ ਤਰ੍ਹਾਂ ਜਾਣਾ। ਪ੍ਰਭੂ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਦੇਣ, ਬੜੀ ਬਰਕਤ ਦੇਣ ਇਸ ਗੱਲ ਨੂੰ ਸਮਝਣ ਦੇ ਵਾਸਤੇ ਕਿ ਜਿਸ ਤਰ੍ਹਾਂ ਉਹਦੇ ਹੱਕ ਵਿੱਚ ਲਿਖਿਆ। ਇਹ ਜਿਹੜਾ ਲਿਖਣਾ ਕਈ ਵਾਰ ਅਸੀਂ ਆਪਣੇ ਜੀਵਨ 'ਚ ਸੋਚਣ ਲੱਗ ਜਾਂਦੇ ਆ ਕਿ ਸਾਡੇ ਜੀਵਨ ਬਾਰੇ ਵੀ ਜੋ ਲਿਖਿਆ ਉਹ ਵੈਸਾ ਹੀ ਹੋਣਾ ਜੈਸਾ ਲਿਖਿਆ। ਜਿਵੇਂ ਉਹਦੇ ਹੱਕ ਵਿੱਚ ਲਿਖਿਆ ਤਾਂ ਅਸੀਂ ਵੀ ਸੋਚਣ ਲੱਗ ਜਾਂਦੇ ਆ ਕਿ ਸਾਡੇ ਜੀਵਨ ਦੇ ਵਿੱਚ ਜੋ ਪਹਿਲਾਂ ਹੀ ਲਿਖਤ ਹੋ ਗਈ ਆ ਸਾਡੇ ਵਾਸਤੇ ਵੈਸਾ ਹੀ ਹੋਵੇਗਾ। ਅਸੀਂ ਚੰਗਾ ਕਰੀਏ ਜਾਂ ਮਾੜਾ ਕਰੀਏ, ਵਧੀਆ ਕਰੀਏ ਜਾਂ ਫਿਰ ਮਾੜਾ ਕਰੀਏ, ਉਹਦਾ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਪਹਿਲਾਂ ਹੀ ਲਿਖਿਆ ਹੁੰਦਾ ਕਿ ਬੰਦੇ ਨੇ ਕਿਸ ਤਰ੍ਹਾਂ ਜਾਣਾ ਤੇ ਕਿਸ ਤਰ੍ਹਾਂ ਆਉਣਾ ਤੇ ਕਿਸ ਤਰ੍ਹਾਂ ਉਹਨੇ ਰਹਿਣਾ। ਪਰ ਅੱਜ ਸਾਰੇ ਸੰਸਾਰ ਨੂੰ ਇਹ ਗੱਲ ਸਮਝਣੀ ਪਏਗੀ, ਅੱਜ ਸਾਰੀ ਕਲੀਸਿਆ ਨੂੰ ਇਹ ਗੱਲ ਸਮਝਣੀ ਪਏਗੀ ਕਿ ਮਨੁੱਖ ਦੇ ਪੁੱਤਰ ਦਾ ਜਾਣਾ ਤੇ ਉਸੇ ਤਰ੍ਹਾਂ ਜਿਸ ਤਰ੍ਹਾਂ ਉਹਦੇ ਹੱਕ ਵਿੱਚ ਲਿਖਿਆ, ਪਰ ਹਾਏ ਉਸ ਮਨੁੱਖ ਉੱਤੇ ਜਿਹਦੇ ਰਾਹੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ। ਤਾਂ ਜੇ ਸਾਰਾ ਕੁਝ ਹੀ ਪਹਿਲਾਂ ਲਿਖਿਆ, ਜੇ ਪਹਿਲਾਂ ਹੀ ਸਭ ਕੁਝ ਦਰਜ ਕਰ ਦਿੱਤਾ ਗਿਆ, ਤਾਂ ਫਿਰ ਕਿਉਂ ਕੋਈ ਨਿਤਨੇਮ ਕਰੇ, ਤਾਂ ਫਿਰ ਕਿਉਂ ਕੋਈ ਪ੍ਰਾਰਥਨਾ ਕਰੇ, ਤਾਂ ਫਿਰ ਕਿਉਂ ਕੋਈ ਉਪਾਸਨਾ ਕਰੇ, ਤਾਂ ਕਿਉਂ ਫਿਰ ਕੋਈ ਪਰਮੇਸ਼ਰ ਦੇ ਨੇੜੇ ਜਾਵੇ, ਜੇ ਉਹਦੇ ਵਾਸਤੇ ਪਹਿਲਾਂ ਹੀ ਸਭ ਕੁਝ ਲਿਖਿਆ। ਬਹੁਤ ਸਾਰੇ ਲੋਕ ਤੁਹਾਨੂੰ ਜਿਹੜੇ ਕਹਿਣਗੇ ਕਿ ਮੇਰੇ ਕਿਸਮਤ ਦੇ ਵਿੱਚ ਲਿਖਿਆ ਕਿ ਮੇਰੀ ਸ਼ਾਦੀ 99 ਸਾਲ 'ਚ ਹੋਣੀ ਹੈ, ਮੇਰੇ ਭਾਗਾਂ 'ਚ ਲਿਖਿਆ ਕਿ ਜ਼ਿੰਦਗੀ ਦੇ 42ਵੇਂ ਵਰੇ ਵਿੱਚ ਜਾ ਕੇ ਇੱਕ ਬਹੁਤ ਆਲੀਸ਼ਾਨ ਬੰਗਲਾ, ਇੱਕ ਕੋਠੀ ਮੈਨੂੰ ਮਿਲੇਗੀ। ਸਾਡਾ ਜਿਹੜਾ ਭਾਗ ਹੈ ਉਹ ਪਰਮੇਸ਼ਵਰ ਨੇ ਸਾਡੇ ਵਾਸਤੇ ਵਚਨ ਦੇ ਵਿੱਚ ਲਿਖ ਦਿੱਤਾ ਕਿ ਅਗਰ ਤੁਸੀਂ ਇੰਜ ਕਰਦੇ ਹੋ ਤਾਂ ਤੁਹਾਡੇ ਨਾਲ ਇੰਜ ਹੋਵੇਗਾ, ਅਗਰ ਤੁਸੀਂ ਇੰਜ ਕਰਦੇ ਹੋ ਤਾਂ ਤੁਹਾਡੇ ਨਾਲ ਇੰਜ ਹੋਵੇਗਾ। ਹਾਲੇਲੂਇਆ। ਜਿਹੜੀ ਗੱਲ ਇੱਥੇ ਅਸੀਂ ਪੜ੍ਹੀ ਆ ਕਿ ਜਿਵੇਂ ਉਹਦੇ ਹੱਕ 'ਚ ਲਿਖਿਆ, ਲਿਖਿਆ ਕਿਹਨਾਂ ਨੇ? ਲਿਖਿਆ ਕਿਹਨੇ? ਉਹਦੇ ਹੱਕ ਵਿੱਚ। ਤਾਂ ਬਾਈਬਲ ਦੱਸਦੀ ਹੈ ਯਿਰਮਿਆ ਬੋਲਿਆ, ਯਸ਼ਾਇਆ ਬੋਲਿਆ। ਇਹ ਨਬੀ ਆ, ਵੱਡੇ ਨਬੀ ਆ ਬਾਈਬਲ ਦੇ। ਇਹ ਬੋਲੇ ਆ, ਹਾਲੇਲੂਇਆ। ਇਹ ਬੋਲੇ ਆ, ਪਰ ਇਹ ਕਿੱਦਾਂ ਬੋਲੇ ਆ? ਆਉਣ ਵਾਲੇ ਸੈਂਕੜੇ ਵਰਿਆਂ ਦੀਆਂ ਗੱਲਾਂ ਇਹ ਕਿਸ ਤਰ੍ਹਾਂ ਬੋਲੇ ਆ? ਕਿਉਂਕਿ ਨਬੀ ਆ, ਇਹਨਾਂ ਨੇ ਪਰਮੇਸ਼ਵਰ ਦੀ ਰਹਿਮਤ ਪਾਈ ਹੈ, ਇਹਨਾਂ ਦੇ ਅੰਦਰ ਉਹ ਆਤਮਾ ਹੈ ਪਰਮੇਸ਼ਵਰ ਦਾ। ਤਾਂ ਉਹਨਾਂ ਨੇ ਪਰਮੇਸ਼ਵਰ ਦੇ ਦਾਸਾਂ ਨੇ ਆਉਣ ਵਾਲੇ ਸੈਂਕੜੇ ਵਰਿਆਂ ਦੇ ਵਾਸਤੇ ਬੋਲ ਦਿੱਤਾ, ਔਰ ਜੋ ਉਹਨਾਂ ਨੇ ਬੋਲਿਆ ਉਹ ਲਿਖ ਦਿੱਤਾ ਗਿਆ। ਹਾਲੇਲੂਇਆ। ਇਹਦਾ ਮਤਲਬ ਹੈ ਕਿ ਪਰਮੇਸ਼ਵਰ ਹੀ ਸਾਡੀ ਮੰਜ਼ਿਲ ਨੂੰ ਨਿਰਧਾਰਿਤ ਕਰਦੇ, ਪਰ ਇਹਦੇ ਵਿੱਚ ਕਦੇ ਗਵਾਚ ਨਹੀਂ ਜਾਣਾ,
कि परमेश्वर ने मेरे वास्ते उचियाइयां लिख दित्तियां ते हुण मैं करां जो मर्जी, हालेलुया, करां जो मर्जी, माड़ा करां, झूठ बोलां, निंदिया करां, चिट्टा पीवां, नशा करां, समोक करां, ड्रिंक करां, इहदा कोई फर्क नहीं पैंदा, क्योंकि मेरे परमेश्वर ने मेरे वास्ते जिहड़ी उचियाई लिखी है वो लिख दित्ती है। इस भरम दे विच नहीं रहना, क्योंकि प्रभु यीशु मसीह ने ये गल कर दी कि जो होना मेरे वास्ते लिखत के मुताबिक वो तो हो जाएगा, पर जिन्हें माड़ा कर्म करना, जिन्हें पैसे दे नाल बिकना 30 सिक्कियां दे विच, ਉਹਦੇ ਵਾਸਤੇ ਇਹ ਕਰਮ बुरा ਜਿਹੜਾ बन जाना, मैनू फड़वाए जाने का ਜਿਹੜਾ कर्म है वो ਉਹਦੇ वास्ते बुरा बन जाना, वो बन जाना ਉਹਦੇ वास्ते बुरा करना। प्रभु यीशु मसीह के वास्ते पवित्र आत्मा ने सैकड़े साल पहला, हजारां साल पहला प्रभु यीशु मसीह के वास्ते जो लिख दिता, जो बोल दिता, वो दर्ज हो गया। लिखत ਉਹਨੂੰ ਕਹਿੰਦੇ आ, ਜਿਹੜੀ ਆਪਾਂ ਗੱਲ पढ़ते हाँ कि जिवें ਉਹਦੇ हक विच लिखिया वैसा ही होवेगा, वैसा ही जाएगा। तो कलीसिया गौर फरमाए इस गल दे उपर, नबियां ने बोलिया परमेश्वर दे आत्मा तो उत्साहित होके तां ਉਹਦੇ वास्ते लिखिया गया। हालेलुया, प्रभु तुहाडे ते बहुत सारी कृपा करन, बड़ा फजल करन इस गल नूं समझण दे वास्ते कि अज तुसीं इस भेत नूं भी समझ लो कि तुहाडा जीवन पहला नहीं लिख दिता गया, कुछ कर्म जिहड़ा करना वो साडे कोल पेंडिंग है, अजे बकाया है कर्म करना। प्रभु तुहानूं अपनी रहमत बख्शण इस गल दे विच। बाइबल इस गल दे उपर बड़ा अच्छा सिखालदी है, साडी जिंदगी इहदे विच लिखी है और उस जिंदगी के 2 पार्ट बनाए गए हैं कि जे तुसी ऐदा करो तो तुहाडे नाल इस तरह होवेगा, जे तुसी ऐदा करो तो तुहाडे नाल इस तरह होवेगा। अगर पहले ही सारा कुछ लिखिया हुंदा तो फिर चंगा कर्म, अच्छे काम ते बुरे काम करना इहदे विच कोई अंतर ना कढ पाउंदा, फिर सारा कुछ ही सही है, क्योंकि सारा कुछ तो पहले ही साडे लई लिख दिता गया। पर प्रभु यीशु मसीह ने इस धारणा का खंडन कर दिता कि तुहानूं परमेश्वर ने जिहड़ा जीवन दिता वो 2 ही गल्लां ते निर्भर करदा। जे तुसीं उहदी गल मन के चलदे हो तां तुहाडे जीवन च आ आ आ आ आ स्टैप्स आउणगे। अगर तुसीं परमेश्वर की आग्या का उलंघना जां उहदी अणाग्याकारी करदे हो, उहदी आग्यावां दी, उहदे सिद्धांतां दी, तां तुहाडे नाल स्टैप बाय स्टैप ये जिहड़ियां घटनावां घटदियां चलियां जाणगीआं। प्रभु यीशु मसीह ने कहा मेरा जाना इदा ही है कि मेरा सलीब ते चढ़ना, पर निज जमदा ओ जेड़े मनुख दे द्वारा मैं फड़वाए जाना। इत्थे प्रभु ने ओदे कर्म नूं निंद दिता, रद्द दिता। ओदा जिहड़ा कर्म है वो चंगा नहीं है कि वो 30 सिक्कियां दे लालच दे विच प्रभु यीशु मसीह नूं फड़वा दिया। अगर असी एक आत्मिक मार्ग दे उपर चलदे पे, असी एक रूहानी मार्ग दे उपर चलदे हां, तां साडा कर्म जिहड़ा वो परमेश्वर उस नूं वेखदे रहिंदे आ, वेखदे रहिंदे आ, वेखदे ही रहिंदे आ, ते अखीर एक दिन उस कर्म दे हिसाब दे नाल साडी जिंदगी नूं एक फैसला भी दे दिता जावेगा। प्रभु तुहानूं बहुत सारी आशीष देण, बड़ी बरकत देण इस गल दे वास्ते कि यहूदा इस्करियोती ने 30 सिक्कियां दे लालच विच उहनूं फड़वा दिता, क्योंकि उहनूं लगदा सी कि ये सिक्के सच्चे साथी आ। जिस तरह अज भी लोग कई बार कह दिंदे आ कि कोई साथ देवे ना देवे, दौलत जरूर साथ दिंदी है। पर दौलत किन्ना क सच्चा साथी है असीं आउण वाले दिनां 'च सिखांगे। पर अज असीं ये गल समझणी है सारिआं ने कि यीशु मसीह ने कहा मेरा तो जाना जिस तरह मेरे हक च लिखिया उस तरह, पर हाय उस मनुख उत्ते जिहदे राहीं मनुख दा पुत्र फड़वाया जाए, ਉਹਦੇ ਲਈ ਭਲਾ ਹੁੰਦਾ ਜੇ ਉਹ ਨਿਜ ਜੰਮਦਾ। ਇਹ ਨਿਜ ਜੰਮਣਾ ਇੱਕ ਮਾਂ ਦੀ ਕੁੱਖੋਂ ਅਸੀਂ ਜੰਮਦੇ ਆਂ ਔਰ ਇੱਕ ਅਸੀਂ ਬਪਤਿਸਮਾ ਲੈ ਕੇ ਪਾਣੀ ਵਿੱਚੋਂ ਨਵਾਂ ਜਨਮ ਲੈਂਦੇ ਆਂ, ਆਤਮਾ ਚੋਂ ਨਵਾਂ ਜਨਮ ਲੈਂਦੇ। ਜੇ ਅਸੀਂ ਆਤਮਿਕ ਮਾਰਗ ਉੱਪਰ ਚੱਲ ਕੇ ਵੀ ਗਲਤ ਕਰਮ ਦਾ ਸਾਥ ਦਿੰਦੇ ਆਂ, ਗਲਤ ਕੰਮਾਂ ਵਿੱਚ ਸਾਥ ਭਰਦੇ ਆਂ, ਤਾਂ ਉਹਦੇ ਵਾਸਤੇ ਲਿਖਿਆ ਵੀ ਇਹਦੇ ਨਾਲੋਂ ਤਾਂ ਅਸੀਂ ਫਿਰ ਦੂਸਰਾ ਜਨਮ ਜਿਹਨੂੰ ਆਪਾਂ
ਬਪਤਿਸਮਾ ਲੈਣਾ ਕਹਿੰਦੇ ਆ, ਜਿਹਨੂੰ ਆਪਾਂ ਪ੍ਰਭੂ ਦੇ ਘਰ ਚੋਂ ਪੈਦਾ ਹੋਣਾ ਜਾਂ ਆਤਮਾ ਚੋਂ ਤੇ ਜਲ ਚੋਂ ਪੈਦਾ ਹੋਣ ਬਾਰੇ, ਜਿਹਦਾ ਗਿਆਨ ਪ੍ਰਭੂ ਯਿਸੂ ਮਸੀਹ ਨੇ ਨਿਕੋਦੇਮਸ ਨੂੰ ਵੀ ਬਾਈਬਲ ਦੇ ਵਿੱਚ ਦਿੱਤਾ ਕਿ ਕੋਈ ਮਨੁੱਖ ਉਦੋਂ ਤੱਕ ਸਵਰਗ ਦੀ ਬਾਦਸ਼ਾਹਤ ਚ ਵੜਨਾ ਤੇ ਦੂਰ ਵੇਖ ਵੀ ਨਹੀਂ ਸਕਦਾ ਜਦ ਤੱਕ ਉਹ ਨਵੇਂ ਸਿਰਿਓਂ ਜਨਮ ਨਹੀਂ ਲੈਂਦਾ। ਖੁਦਾਵੰਦ ਖੁਦਾ ਦੀ ਤਾਰੀਫ ਹੋਵੇ, ਵਡਿਆਈ ਹੋਵੇ। ਇੱਥੇ ਆਪਾਂ ਅੱਜ ਇਸ ਗੱਲ ਨੂੰ ਸਮਝਣਾ ਹੈ ਕਿ ਉਹਦੇ ਵਾਸਤੇ ਲਿਖਿਆ ਕਿ ਉਹ ਨਿੱਜ ਜੰਮਦਾ ਜੇ ਉਹਨੇ ਇੱਕ ਸੱਚੇ ਮਾਰਗ ਦੇ ਉੱਪਰ ਚੱਲ ਕੇ ਵੀ ਇਸ ਤਰ੍ਹਾਂ 30 ਸਿੱਕਿਆਂ ਦਾ ਲਾਲਚ ਕਰਕੇ ਇੱਕ ਨਿਰਦੋਸ਼ ਜਿੰਦ ਨੂੰ ਫੜਵਾਉਣਾ ਸੀ। ਹਾਲਾਂਕਿ ਉਹ ਬਾਅਦ ਵਿੱਚ ਬੜਾ ਰੋਇਆ, ਬਾਅਦ ਵਿੱਚ ਉਹਦੇ ਚ ਪਛਤਾਪ ਆਇਆ ਤੇ ਉਹਨੇ ਫਾਹਾ ਲੈ ਲਿਆ। ਪਰ ਇਹ ਬੜੀ ਸਮਝਣ ਵਾਲੀ ਗੱਲ ਆ, ਬੜੀ ਸਿੱਖਣ ਵਾਲੀ ਗੱਲ ਆ ਕਿ ਇਹ ਜਿਹੜੀ ਨਜਾਇਜ਼ ਚਲਾਕੀ ਹੈ, ਇਹ ਜਿਹੜਾ ਨਜਾਇਜ਼ ਲਾਲਚ ਹੈ ਦੌਲਤ ਦਾ, ਉਹਨੇ ਉਸ ਨੂੰ ਉੱਥੇ ਤੱਕ ਪਹੁੰਚਾ ਦਿੱਤਾ। ਕਿਉਂਕਿ ਅਸੀਂ ਸਾਰੇ ਜਾਣਦੇ ਹਾਂ, ਅਸੀਂ ਸਾਰੇ ਜਾਣਦੇ ਹਾਂ ਕਿ ਸਰਾਫੀ ਆ ਉਹ ਜਿਹੜਾ ਲੱਕੜ ਤੇ ਚੜ ਕੇ ਜਾਨ ਦਿੰਦਾ ਮਰ ਜਾਂਦਾ। ਅਸੀਂ ਸਾਰੇ ਜਾਣਦੇ ਹਾਂ। ਤਾਂ ਯਹੂਦਾ ਇਸਕਰਿਓਤੀ ਨੇ ਫਾਹਾ ਲਿਆ, ਲਟਕ ਗਿਆ ਤੇ ਉਹ ਇੱਕ ਸਰਾਪੀ ਮੌਤ ਮਰਿਆ, ਇੱਕ ਲਾਹਣਤੀ ਮੌਤ ਹੈ। ਪ੍ਰਭੂ ਯਿਸੂ ਮਸੀਹ ਵੀ ਲੱਕੜ ਤੇ ਚੜ ਕੇ ਮੋਏ, ਉਹ ਵੀ ਇੱਕ ਸਰਾਪੀ ਮੌਤ ਹੈ। ਪਰ ਉਹਨੇ ਉਹ ਸਰਾਪੀ ਮੌਤ ਤਾਂ ਲਈ ਆ ਕਿ ਅਸੀਂ ਸਾਰੇ ਜਣੇ ਸਰਾਪਾਂ ਤੋਂ ਮੁਕਤ ਹੋ ਜਾਈਏ। ਹਾਲੇਲੂਇਆ, ਹਾਲੇਲੂਇਆ। ਉਹ ਸਰਾਪੀ ਮੌਤ ਉਹਨੇ ਇਸ ਵਾਸਤੇ ਲਈ ਆ ਕਿ ਅਸੀਂ ਸਾਰੇ ਸਰਾਪ ਤੋਂ ਆਜ਼ਾਦ ਹੋ ਜਾਈਏ। ਪਰ ਜਿਹੜੀ ਯਹੂਦਾ ਇਸਕਰਿਓਤੀ ਨੇ ਜਿਹੜੀ ਸਰਾਪੀ ਮੌਤ ਲਈ ਆ, ਉਹ ਉਹਨੇ ਲਾਲਚ ਦੇ ਕਰਕੇ ਲਈ ਆ, ਉਹਨੇ ਮਾਇਆ ਦੇ ਲੋਭ ਕਰਕੇ ਲਈ ਆ, ਉਹਨੇ 30 ਸਿੱਕਿਆਂ ਦੇ ਲਾਲਚ ਕਰਕੇ ਲਈ ਆ। ਇਸ ਕਰਕੇ ਉਹਦੀ ਮੌਤ ਦਾ ਕਿਸੇ ਦੂਜੇ ਨੂੰ ਕੋਈ ਫਾਇਦਾ ਹੋਇਆ ਨਹੀਂ। ਪ੍ਰਭੂ ਤੁਹਾਡੇ ਜੀਵਨ ਤੇ ਬੜਾ ਫਜ਼ਲ ਕਰਨ, ਬੜੀ ਰਹਿਮਤ ਕਰਨ। ਇਸ ਗੱਲ ਦੇ ਵਾਸਤੇ ਅਜ਼ੀਜ਼ੋ, ਇਸ ਤਰ੍ਹਾਂ ਦਾ ਜਲਾਲੀ ਜੀਵਨ ਜੀਣਾ, ਇਸ ਤਰ੍ਹਾਂ ਦਾ ਸਾਫ਼ ਸੁਥਰਾ ਜੀਵਨ ਜੀਣਾ ਕਿ ਅਸੀਂ ਆਪਣੇ ਆਪ ਲਈ ਤਾਂ ਆਸ਼ਿਸ਼ ਹੋਈਏ, ਪਰ ਅਸੀਂ ਕਲੀਸਿਆ ਦੇ ਲਈ, ਅਸੀਂ ਸੰਸਾਰ ਦੇ ਵਾਸਤੇ ਵੀ ਇੱਕ ਆਸ਼ਿਸ਼ ਹੋਣੇ ਚਾਹੀਦੇ। ਹਾਲੇਲੂਇਆ, ਹਾਲੇਲੂਇਆ। ਇਸ ਤਰ੍ਹਾਂ ਦਾ ਜੀਵਨ ਜੀਏ ਕਿ ਅਸੀਂ ਭੈਣ ਭਰਾਵਾਂ ਦੇ ਵਾਸਤੇ ਜੋ ਕਿ ਕਲੀਸਿਆ ਦੇ ਵਿੱਚ ਹਨ, ਉਹਨਾਂ ਲਈ ਵੀ ਅਸੀਂ ਇੱਕ ਆਸ਼ਿਸ਼ ਦਾ ਕਾਰਨ ਬਣੀਏ। ਇਸ ਤਰ੍ਹਾਂ ਦਾ ਜੀਵਨ ਜੀਣਾ, ਇਸ ਤਰ੍ਹਾਂ ਦਾ ਜਲਾਲੀ ਜੀਵਨ ਜੀਣਾ ਕਿ ਅਸੀਂ ਦੂਸਰਿਆਂ ਵਾਸਤੇ ਆਸ਼ਿਸ਼ ਦਾ ਕਾਰਨ ਬਣ ਜਾਈਏ। ਦੂਸਰਿਆਂ ਦੇ ਵਾਸਤੇ ਆਸ਼ਿਸ਼ ਦਾ ਕਾਰਨ ਦਾ ਮਤਲਬ ਅਸੀਂ ਚੁਣਿਆ ਹੋਇਆਂ ਦੀ ਜਮਾਤ ਵਿੱਚ ਉਹਨੂੰ ਲੈ ਆਈਏ, ਅਸੀਂ ਪਰਮੇਸ਼ਰ ਦੇ ਚੁਣਿਆ ਹੋਇਆਂ ਦੀ ਜਮਾਤ ਵਿੱਚ ਉਹਨੂੰ ਬਿਠਾ ਸਕੀਏ, ਅਸੀਂ ਉਹਦੀ ਜਲਾਲੀ ਕਲੀਸਿਆ ਦੇ ਵਿੱਚ ਉਹਨੂੰ ਲਿਆ ਕੇ ਬਿਠਾਈਏ ਤਾਂ ਜੋ ਉਹਨੂੰ ਸੱਚ ਦਾ ਉਹ ਗਿਆਨ ਮਿਲੇ ਜਿਹਦੇ ਨਾਲ ਉਹਦੀ ਜ਼ਿੰਦਗੀ ਦੇ ਸਾਰੇ ਮਸਲੇ ਹੱਲ ਹੋਣੇ ਸ਼ੁਰੂ ਹੋ ਜਾਣ। ਹਾਲੇਲੂਇਆ, ਹਾਲੇਲੂਇਆ।